ਅੱਜ ਅਸੀਂ ਪੜ੍ਹਾਂਗੇ ਜਮਾਤ 9ਵੀਂ ਦਾ ਪਾਠ 10 ਗੁਰੂਤਾਕਰਸ਼ਣ। ਪਿਆਰੇ ਬੱਚਿਓ, ਮੈਂ ਅਮਨਪ੍ਰੀਤ ਸੋਹਤਾ BM ਸਾਇੰਸ ਬਲਾਕ ਭੁੱਗਾ 1 ਹੁਸ਼ਿਆਰਪੁਰ। ਮੈਂ ਤੁਹਾਡੇ ਲਈ ਬਹੁਤ ਹੀ ਰੌਚਕ ਕਿਰਿਆਵਾਂ ਲੈ ਕੇ ਆਇਆ ਹਾਂ। ਪਿਆਰੇ ਬੱਚਿਓ, ਅਸੀਂ ਸਾਰੇ ਜਾਣਦੇ ਹਾਂ ਕਿ ਸਾਰੇ ਗ੍ਰਹਿ ਸੂਰਜ ਦੇ ਇਰਦ ਗਿਰਦ ਚੱਕਰ ਲਗਾਉਂਦੇ ਹਨ। ਧਰਤੀ ਦਾ ਉਪਗ੍ਰਹਿ ਚੰਨ ਧਰਤੀ ਦੁਆਲੇ ਚੱਕਰ ਲਗਾਉਂਦਾ ਹੈ। ਇਹਨਾਂ ਸਾਰੀਆਂ ਅਵਸਥਾਵਾਂ ਵਿੱਚ ਵਸਤੂਆਂ, ਗ੍ਰਹਿਆਂ ਅਤੇ ਚੰਨ ਉੱਤੇ ਜ਼ਰੂਰ ਕੋਈ ਨਾ ਕੋਈ ਬਲ ਕਿਰਿਆ ਕਰਦਾ ਹੋਣਾ ਚਾਹੀਦਾ ਹੈ। ਵਿਗਿਆਨੀ ਸਰ ਆਈਜ਼ੈਕ ਨਿਊਟਨ ਨੇ ਸਾਨੂੰ ਇਸ ਦੇ ਬਾਰੇ ਵਿੱਚ ਦੱਸਿਆ ਸੀ ਕਿ ਇਹਨਾਂ ਸਾਰੀਆਂ ਅਵਸਥਾਵਾਂ ਦੇ ਵਿੱਚ ਇੱਕੋ ਹੀ ਬਲ ਕਿਰਿਆ ਕਰਦਾ ਹੈ। ਇਸ ਬਲ ਨੂੰ ਗੁਰੂਤਾਕਰਸ਼ਣ ਬਲ ਕਿਹਾ ਜਾਂਦਾ ਹੈ। ਜਦੋਂ ਵੀ ਦਰਖਤਾਂ ਤੋਂ ਪੱਤੇ ਝੜਦੇ ਹਨ ਜਾਂ ਕਿਸੇ ਦਰਖਤ ਤੋਂ ਪੱਕੇ ਹੋਏ ਫਲ ਡਿੱਗਦੇ ਹਨ ਤਾਂ ਉਹ ਹਮੇਸ਼ਾ ਹੀ ਧਰਤੀ ਵੱਲ ਨੂੰ ਡਿੱਗਦੇ ਹਨ, ਭਾਵ ਹੇਠਾਂ ਡਿੱਗਦੇ ਹਨ। ਜਾਂ ਤੁਸੀਂ ਦਰਖਤ ਵੱਢਦਿਆਂ ਹੋਇਆਂ ਨੂੰ ਦੇਖਿਆ ਹੋਵੇਗਾ। ਜਦੋਂ ਵੀ ਦਰਖਤ ਵੱਢਿਆ ਜਾਂਦਾ ਹੈ ਤਾਂ ਦਰਖਤ ਦਾ ਵੱਢਿਆ ਹੋਇਆ ਹਿੱਸਾ ਹੇਠਾਂ ਵੱਲ ਨੂੰ ਹੀ ਡਿੱਗਦਾ ਹੈ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਧਰਤੀ ਹਰੇਕ ਵਸਤੂ ਨੂੰ ਆਪਣੇ ਵੱਲ ਖਿੱਚਦੀ ਹੈ, ਭਾਵ ਹਰੇਕ ਵਸਤੂ ਤੇ ਧਰਤੀ ਦੁਆਰਾ ਇੱਕ ਆਕਰਸ਼ਣ ਬਲ ਲਗਾਇਆ ਜਾਂਦਾ ਹੈ। ਬੱਚਿਓ, ਅਸੀਂ ਇੱਕ ਕਹਾਣੀ ਸੁਣੀ ਹੋਈ ਹੈ ਕਿ ਵਿਗਿਆਨੀ ਸਰ ਨਿਊਟਨ ਆਪਣੇ ਬਗੀਚੇ ਵਿੱਚ ਇੱਕ ਸੇਬ ਦੇ ਦਰਖਤ ਹੇਠਾਂ ਬੈਠੇ ਸਨ। ਇੱਕ ਸੇਬ ਉਹਨਾਂ ਉੱਪਰ ਡਿੱਗਿਆ। ਪਰ ਬੱਚਿਓ, ਅਸਲ ਵਿੱਚ ਕਹਾਣੀ ਵੱਖਰੀ ਹੀ ਹੈ। ਜਿਵੇਂ ਅੱਜ ਅਸੀਂ ਕਰੋਨਾ ਮਹਾਮਾਰੀ ਦੇ ਦੌਰ ਵਿੱਚੋਂ ਲੰਘ ਰਹੇ ਹਾਂ, ਉਸ ਸਮੇਂ ਵੀ ਮਹਾਮਾਰੀ ਫੈਲਣ ਕਾਰਨ ਸਰ ਨਿਊਟਨ ਘਰ ਬੈਠ ਕੇ ਹੀ ਪੜ੍ਹ ਰਹੇ ਸਨ। ਇੱਕ ਦਿਨ ਉਹ ਆਪਣੇ ਘਰ ਦੀ ਖਿੜਕੀ ਵਿੱਚ ਖੜ੍ਹੇ ਸਨ ਤਾਂ ਉਹਨਾਂ ਵੇਖਿਆ ਕਿ ਸਾਹਮਣੇ ਸੇਬ ਦੇ ਦਰਖਤ ਤੋਂ ਸੇਬ ਟੁੱਟ ਕੇ ਹੇਠਾਂ ਡਿੱਗਿਆ। ਉਸੇ ਵੇਲੇ ਉਹਨਾਂ ਦੇ ਦਿਮਾਗ ਵਿੱਚ ਪ੍ਰਸ਼ਨ ਪੈਦਾ ਹੋਇਆ ਕਿ ਇਹ ਸੇਬ ਹੇਠਾਂ ਹੀ ਕਿਉਂ ਡਿੱਗਿਆ, ਉੱਪਰ ਵੱਲ ਨੂੰ ਕਿਉਂ ਨਹੀਂ ਗਿਆ ਜਾਂ ਕਿਸੇ ਹੋਰ ਦਿਸ਼ਾ ਵੱਲ ਨੂੰ ਨਹੀਂ ਗਿਆ। ਬੱਚਿਓ, ਇਸ ਪ੍ਰਸ਼ਨ ਨੇ ਹੀ ਗੁਰੂਤਾਕਰਸ਼ਣ ਦੇ ਨਿਯਮ ਦੀ ਨੀਂਹ ਰੱਖੀ ਸੀ। ਸਰ ਨਿਊਟਨ ਦੀ ਇਸੇ ਗੱਲ ਵਿੱਚ ਮਹਾਨਤਾ ਹੈ ਕਿ ਉਸ ਸਮੇਂ ਜਦ ਵਿਗਿਆਨ ਅਜੇ ਬਹੁਤ ਵਿਕਸਿਤ ਨਹੀਂ ਸੀ ਹੋਇਆ ਤੇ ਨਾ ਹੀ ਅਧਿਐਨ ਦੇ ਲਈ ਆਧੁਨਿਕ ਵਿਕਸਿਤ ਯੰਤਰ ਹੀ ਮੌਜੂਦ ਸਨ, ਪਰ ਉਹਨਾਂ ਦੁਆਰਾ ਬਣਾਏ ਗਏ ਵਿਗਿਆਨ ਦੇ ਨਿਯਮ ਅੱਜ ਵੀ ਵਿਗਿਆਨੀਆਂ ਦਾ ਮਾਰਗਦਰਸ਼ਨ ਕਰ ਰਹੇ ਹਨ। ਉਹਨਾਂ ਇਹ ਵੀ ਦੱਸਿਆ ਕਿ ਸਿਰਫ ਧਰਤੀ ਹੀ ਵਸਤੂਆਂ ਨੂੰ ਆਪਣੇ ਵੱਲ ਨਹੀਂ ਖਿੱਚਦੀ, ਸਗੋਂ ਬ੍ਰਹਿਮੰਡ ਵਿਚਲੀ ਹਰ ਵਸਤੂ ਹਰ ਦੂਜੀ ਵਸਤੂ ਨੂੰ ਆਪਣੇ ਵੱਲ ਆਕਰਸ਼ਿਤ ਕਰਦੀ ਹੈ। ਬੱਚਿਓ, ਤੁਹਾਨੂੰ ਪਤਾ ਹੈ ਕਿ ਚੰਨ ਧਰਤੀ ਦੁਆਲੇ ਚੱਕਰ ਲਗਾਉਂਦਾ ਹੈ। ਚੰਨ ਦੀ ਧਰਤੀ ਦੇ ਇਰਦ ਗਿਰਦ ਇਸ ਗਤੀ ਬਾਰੇ ਵਿਗਿਆਨੀ ਨਿਊਟਨ ਨੇ ਦੱਸਿਆ ਸੀ ਕਿ ਆਪਣੇ ਪਥ ਦੇ ਹਰੇਕ ਬਿੰਦੂ ਤੇ ਚੰਨ ਕਿਸੇ ਸਰਲ ਰੇਖੀ ਪਥ ਤੇ ਗਤੀ ਨਹੀਂ ਕਰਦਾ, ਬਲਕਿ ਧਰਤੀ ਵੱਲ ਡਿੱਗਦਾ ਰਹਿੰਦਾ ਹੈ। ਇਸ ਲਈ ਚੰਨ ਜ਼ਰੂਰ ਹੀ ਧਰਤੀ ਦੁਆਰਾ ਆਕਰਸ਼ਿਤ ਹੁੰਦਾ ਹੈ। ਆਓ ਚੰਨ ਦੀ ਗਤੀ ਨੂੰ ਸਮਝਣ ਲਈ ਇੱਕ ਕਿਰਿਆ ਕਰੀਏ। ਇਸ ਕਿਰਿਆ ਲਈ ਸਾਨੂੰ ਇੱਕ ਧਾਗਾ ਤੇ ਇੱਕ ਪੱਥਰ ਲੋੜੀਂਦਾ ਹੈ। ਪੱਥਰ ਨੂੰ ਧਾਗੇ ਦੇ ਇੱਕ ਸਿਰੇ ਤੇ ਬੰਨ੍ਹ ਲਓ ਤੇ ਧਾਗੇ ਦੇ ਦੂਜੇ ਸਿਰੇ ਨੂੰ ਆਪਣੇ ਹੱਥ ਵਿੱਚ ਫੜ ਲਓ। ਹੁਣ ਇਸ ਨੂੰ ਆਪਣੇ ਹੱਥ ਦੇ ਨਾਲ ਗੋਲਾਕਾਰ ਪਥ ਵਿੱਚ ਘੁਮਾਓ। ਤੁਸੀਂ ਕੀ ਵੇਖਦੇ ਹੋ ਕਿ ਪੱਥਰ ਚੱਕਰਾਕਾਰ ਪਥ ਵਿੱਚ ਗਤੀ ਕਰਨ ਲੱਗਦਾ ਹੈ। ਚੱਕਰਾਕਾਰ ਪਥ ਦੇ ਹਰੇਕ ਬਿੰਦੂ ਤੇ ਉਸ ਦੀ ਗਤੀ ਦੀ ਦਿਸ਼ਾ ਬਦਲਦੀ ਹੈ। ਹਰੇਕ ਬਿੰਦੂ ਤੇ ਗਤੀ ਦੀ ਦਿਸ਼ਾ ਬਦਲਣ ਨਾਲ ਪੱਥਰ ਦੇ ਵੇਗ ਵਿੱਚ ਬਦਲਾਅ ਹੁੰਦਾ ਹੈ, ਜਿਸ ਨੂੰ ਪ੍ਰਵੇਗ ਕਿਹਾ ਜਾਂਦਾ ਹੈ।
ਅਸੀਂ ਕਹਿ ਸਕਦੇ ਹਾਂ ਕਿ ਪੱਥਰ ਕੇਂਦਰ ਵੱਲ ਨੂੰ ਹੋ ਰਿਹਾ ਹੈ। ਇੱਥੇ ਇੱਕ ਬਲ ਲੱਗ ਰਿਹਾ ਹੈ, ਜਿਸ ਕਾਰਨ ਪੱਥਰ ਵਿੱਚ ਪ੍ਰਵੇਗ ਪੈਦਾ ਹੋ ਰਿਹਾ ਹੈ ਤੇ ਉਹ ਚੱਕਰਾਕਾਰ ਪਥ ਵਿੱਚ ਘੁੰਮਦਾ ਹੈ। ਉਹ ਬਲ ਧਾਗੇ ਦੇ ਨਾਲ ਨਾਲ ਕੇਂਦਰ ਵੱਲ ਨੂੰ ਲੱਗ ਰਿਹਾ ਹੈ। ਇਸ ਬਲ ਨੂੰ ਕੇਂਦਰ ਮੁਖੀ ਬਲ ਕਿਹਾ ਜਾਂਦਾ ਹੈ, ਭਾਵ ਉਹ ਬਲ ਜੋ ਕੇਂਦਰ ਵੱਲ ਨੂੰ ਲੱਗੇ। ਜੇਕਰ ਅਸੀਂ ਪੱਥਰ ਨੂੰ ਧਾਗੇ ਨਾਲ ਘੁਮਾਉਂਦੇ ਘੁਮਾਉਂਦੇ ਹੱਥ ਦੇ ਵਿੱਚੋਂ ਧਾਗਾ ਛੱਡ ਦਈਏ ਤਾਂ ਪੱਥਰ ਦੂਰ ਜਾ ਕੇ ਡਿੱਗ ਪੈਂਦਾ ਹੈ, ਕਿਉਂਕਿ ਇੱਥੇ ਕੇਂਦਰ ਮੁਖੀ ਬਲ ਨਹੀਂ ਲੱਗ ਰਿਹਾ। ਧਰਤੀ ਦੁਆਲੇ ਚੰਨ ਦੀ ਗਤੀ ਵੀ ਕੇਂਦਰ ਮੁਖੀ ਬਲ ਦੇ ਕਾਰਨ ਹੀ ਹੈ। ਕੇਂਦਰ ਮੁਖੀ ਬਲ ਧਰਤੀ ਦੇ ਆਕਰਸ਼ਣ ਬਲ ਕਾਰਨ ਮਿਲਦਾ ਹੈ। ਜੇਕਰ ਅਜਿਹਾ ਕੋਈ ਬਲ ਨਾ ਹੋਵੇ ਤਾਂ ਚੰਨ ਇੱਕ ਸਮਾਨ ਗਤੀ ਦੇ ਨਾਲ ਸਰਲ ਰੇਖੀ ਪਥ ਤੇ ਚੱਲਦਾ ਰਹੇਗਾ। ਨਿਊਟਨ ਅਨੁਸਾਰ ਬ੍ਰਹਿਮੰਡ ਵਿੱਚ ਸਾਰੀਆਂ ਹੀ ਵਸਤੂਆਂ ਇੱਕ ਦੂਜੇ ਨੂੰ ਆਕਰਸ਼ਿਤ ਕਰਦੀਆਂ ਹਨ। ਸਾਰੇ ਬੱਚਿਆਂ ਨੇ ਅੰਬ ਦੇ ਦਰਖਤ ਤੋਂ ਅੰਬ ਟੁੱਟ ਕੇ ਧਰਤੀ ਵੱਲ ਡਿੱਗਦੇ ਵੇਖੇ ਹੋਣਗੇ। ਹੁਣ ਤੁਸੀਂ ਇਹ ਤਾਂ ਸਮਝ ਗਏ ਹੋਵੋਗੇ ਕਿ ਧਰਤੀ ਦੀ ਖਿੱਚ ਕਾਰਨ ਅੰਬ ਧਰਤੀ ਵੱਲ ਨੂੰ ਆਕਰਸ਼ਿਤ ਹੁੰਦੇ ਹਨ। ਪਰ ਇੱਥੇ ਇੱਕ ਪ੍ਰਸ਼ਨ ਪੈਦਾ ਹੁੰਦਾ ਹੈ ਕਿ ਜੇਕਰ ਬ੍ਰਹਿਮੰਡ ਵਿਚਲੀਆਂ ਸਾਰੀਆਂ ਵਸਤੂਆਂ ਇੱਕ ਦੂਜੇ ਨੂੰ ਆਕਰਸ਼ਿਤ ਕਰਦੀਆਂ ਹਨ ਤਾਂ ਕੀ ਅੰਬ ਵੀ ਧਰਤੀ ਨੂੰ ਆਕਰਸ਼ਿਤ ਕਰਦਾ ਹੈ? ਤਾਂ ਫਿਰ ਅਸੀਂ ਧਰਤੀ ਨੂੰ ਅੰਬ ਵੱਲ ਗਤੀ ਕਰਦਾ ਕਿਉਂ ਨਹੀਂ ਵੇਖਦੇ? ਆਓ ਇਸ ਦਾ ਕਾਰਨ ਜਾਣੀਏ। ਬੱਚਿਓ, ਗਤੀ ਦੇ ਦੂਜੇ ਨਿਯਮ ਵਿੱਚ ਅਸੀਂ ਪੜ੍ਹ ਚੁੱਕੇ ਹਾਂ ਕਿ ਵਸਤੂ ਦਾ ਪ੍ਰਵੇਗ ਵਸਤੂ ਦੇ ਪੁੰਜ ਦੇ ਉਲਟ ਅਨੁਪਾਤੀ ਹੁੰਦਾ ਹੈ। ਇਸ ਦਾ ਭਾਵ ਹੈ ਕਿ ਵਸਤੂ ਦਾ ਪੁੰਜ ਜਿੰਨਾ ਜ਼ਿਆਦਾ ਹੋਵੇਗਾ, ਉਸ ਵਿੱਚ ਪੈਦਾ ਹੋਣ ਵਾਲਾ ਪ੍ਰਵੇਗ ਉਨਾ ਹੀ ਘੱਟ ਹੋਵੇਗਾ, ਜਾਂ ਵਸਤੂ ਦਾ ਪੁੰਜ ਜਿੰਨਾ ਘੱਟ ਹੋਵੇਗਾ, ਉਸ ਵਿੱਚ ਪੈਦਾ ਹੋਣ ਵਾਲਾ ਪ੍ਰਵੇਗ ਉਨਾ ਹੀ ਜ਼ਿਆਦਾ ਹੋਵੇਗਾ। ਹੁਣ ਅਸੀਂ ਦੇਖਦੇ ਹਾਂ ਕਿ ਅੰਬ ਦਾ ਪੁੰਜ ਧਰਤੀ ਦੇ ਪੁੰਜ ਦੀ ਤੁਲਨਾ ਵਿੱਚ ਬਹੁਤ ਹੀ ਘੱਟ ਹੈ। ਇਸ ਕਾਰਨ ਅਸੀਂ ਧਰਤੀ ਨੂੰ ਅੰਬ ਵੱਲ ਗਤੀ ਕਰਦੇ ਨਹੀਂ ਦੇਖਦੇ, ਸਗੋਂ ਜਦੋਂ ਵੀ ਅੰਬ ਰੁੱਖ ਤੋਂ ਟੁੱਟਦਾ ਹੈ ਤਾਂ ਉਸ ਦੀ ਗਤੀ ਸਾਨੂੰ ਧਰਤੀ ਵੱਲ ਨੂੰ ਹੁੰਦੇ ਵੀ ਦਿਖਾਈ ਦਿੰਦੀ ਹੈ। ਵਸਤੂਆਂ ਦਾ ਸੁਤੰਤਰ ਡਿੱਗਣਾ। ਬੱਚਿਓ, ਅਸੀਂ ਜਾਣ ਲਿਆ ਹੈ ਕਿ ਧਰਤੀ ਵਸਤੂਆਂ ਨੂੰ ਆਪਣੇ ਵੱਲ ਆਕਰਸ਼ਿਤ ਕਰਦੀ ਹੈ। ਇਹ ਗੁਰੂਤਾਕਰਸ਼ਣ ਬਲ ਦੇ ਕਾਰਨ ਹੁੰਦਾ ਹੈ। ਜਦੋਂ ਕੋਈ ਵਸਤੂ ਕੇਵਲ ਇਸ ਬਲ ਦੇ ਕਾਰਨ ਧਰਤੀ ਵੱਲ ਡਿੱਗਦੀ ਹੈ ਤਾਂ ਅਸੀਂ ਕਹਿੰਦੇ ਹਾਂ ਕਿ ਵਸਤੂ ਸੁਤੰਤਰ ਰੂਪ ਵਿੱਚ ਡਿੱਗ ਰਹੀ ਹੈ। ਆਓ ਇਸ ਨੂੰ ਇੱਕ ਕਿਰਿਆ ਰਾਹੀਂ ਸਮਝਦੇ ਹਾਂ। ਇਸ ਕਿਰਿਆ ਦੇ ਲਈ ਸਾਨੂੰ ਇੱਕ ਫੁੱਟਬਾਲ ਦੀ ਜ਼ਰੂਰਤ ਹੈ। ਕਿਰਿਆ ਨੂੰ ਕਰਨ ਦੇ ਲਈ ਫੁੱਟਬਾਲ ਨੂੰ ਉੱਪਰ ਵੱਲ ਸੁੱਟੋ। ਤੁਸੀਂ ਦੇਖਦੇ ਹਾਂ ਕਿ ਜਦੋਂ ਅਸੀਂ ਫੁੱਟਬਾਲ ਨੂੰ ਉੱਪਰ ਵੱਲ ਸੁੱਟਦੇ ਹਾਂ, ਉਹ ਇੱਕ ਨਿਸ਼ਚਿਤ ਉਚਾਈ ਤੱਕ ਜਾਂਦਾ ਹੈ ਤੇ ਫਿਰ ਹੇਠਾਂ ਵੱਲ ਡਿੱਗਣਾ ਸ਼ੁਰੂ ਕਰ ਦਿੰਦਾ ਹੈ। ਧਰਤੀ ਦੇ ਆਕਰਸ਼ਣ ਕਾਰਨ ਡਿੱਗਦੇ ਹੋਏ ਫੁੱਟਬਾਲ ਦੇ ਵੇਗ ਵਿੱਚ ਪਰਿਵਰਤਨ ਹੁੰਦਾ ਹੈ। ਵੇਗ ਵਿੱਚ ਪਰਿਵਰਤਨ ਪਰਿਵੇਗ ਪੈਦਾ ਕਰਦਾ ਹੈ। ਇਹ ਪ੍ਰਵੇਗ ਧਰਤੀ ਦੇ ਗੁਰੂਤਾਕਰਸ਼ਣ ਬਲ ਦੇ ਕਾਰਨ ਹੁੰਦਾ ਹੈ। ਇਸੇ ਕਾਰਨ ਇਸ ਨੂੰ ਗੁਰੂਤਾ ਪ੍ਰਵੇਗ ਕਿਹਾ ਜਾਂਦਾ ਹੈ। ਇਸ ਨੂੰ ਛੋਟੀ ਜੀ ਦੇ ਨਾਲ ਦਰਸਾਇਆ ਜਾਂਦਾ ਹੈ। ਅਸੀਂ ਜਾਣ ਚੁੱਕੇ ਹਾਂ ਧਰਤੀ ਦੇ ਗੁਰੂਤਾਕਰਸ਼ਣ ਬਲ ਕਾਰਨ ਇਹ ਵਸਤੂਆਂ ਨੂੰ ਆਪਣੇ ਵੱਲ ਆਕਰਸ਼ਿਤ ਕਰਦੀ ਹੈ। ਆਓ ਹੁਣ ਇਹ ਜਾਣੀਏ ਕਿ ਧਰਤੀ ਦੇ ਗੁਰੂਤਾਕਰਸ਼ਣ ਬਲ ਦੇ ਪ੍ਰਭਾਵ ਵਿੱਚ
ਵਸਤੂਆਂ ਕਿਸ ਤਰ੍ਹਾਂ ਗਤੀ ਕਰਦੀਆਂ ਹਨ। ਇਸ ਨੂੰ ਇੱਕ ਕਿਰਿਆ ਕਰਕੇ ਸਮਝਣ ਦਾ ਯਤਨ ਕਰਦੇ ਹਾਂ। ਕਿਰਿਆ ਕਰਨ ਦੇ ਲਈ ਜੋ ਸਮਾਨ ਲੋੜੀਂਦਾ ਹੈ ਉਹ ਹੈ ਇੱਕ ਪੇਪਰ ਦੀ ਸ਼ੀਟ ਅਤੇ ਇੱਕ ਪੱਥਰ। ਇਸ ਕਿਰਿਆ ਨੂੰ ਕਰਨ ਦੇ ਲਈ ਅਸੀਂ ਹੁਣ ਇੱਕ ਕਾਗਜ਼ ਦੀ ਸ਼ੀਟ ਅਤੇ ਪੱਥਰ ਨੂੰ ਇੱਕ ਸਮਾਨ ਉਚਾਈ ਤੋਂ ਸਮਾਨ ਦਰ ਦੇ ਨਾਲ ਹੇਠਾਂ ਵੱਲ ਸੁੱਟਦੇ ਹਾਂ। ਤੁਸੀਂ ਕੀ ਦੇਖਿਆ ਕਿ ਪੱਥਰ ਕਾਗਜ਼ ਦੀ ਸ਼ੀਟ ਤੋਂ ਪਹਿਲਾਂ ਹੀ ਧਰਤੀ ਤੇ ਪਹੁੰਚ ਗਿਆ, ਜਦ ਕਿ ਕਾਗਜ਼ ਦੀ ਸ਼ੀਟ ਮੁਕਾਬਲਤਨ ਕੁਝ ਦੇਰ ਬਾਅਦ ਧਰਤੀ ਤੇ ਪਹੁੰਚਦੀ ਹੈ। ਆਓ ਇਸ ਕਿਰਿਆ ਨੂੰ ਹੁਣ ਇੱਕ ਕੱਚ ਦੇ ਵੈਲ ਜਾਰ ਵਿੱਚ ਦੁਹਰਾਉਂਦੇ ਹਾਂ, ਜਿਸ ਵਿੱਚੋਂ ਸਾਰੀ ਹਵਾ ਕੱਢ ਦਿੱਤੀ ਗਈ ਹੈ। ਵੈਲ ਜਾਰ ਵਿੱਚੋਂ ਪੂਰੀ ਹਵਾ ਕੱਢ ਕੇ ਅੰਦਰ ਖਲਾਅ ਤਿਆਰ ਕੀਤਾ ਗਿਆ ਹੈ। ਇਸ ਵਿੱਚ ਅਸੀਂ ਦੇਖਦੇ ਹਾਂ ਕਿ ਜਦੋਂ ਸਮਾਨ ਉਚਾਈ ਤੋਂ ਕਾਗਜ਼ ਦੀ ਸ਼ੀਟ ਅਤੇ ਪੱਥਰ ਨੂੰ ਸੁੱਟਿਆ ਜਾਂਦਾ ਹੈ ਤਾਂ ਉਹ ਦੋਨੋਂ ਬਰਾਬਰ ਸਮੇਂ ਤੇ ਹੀ ਧਰਤੀ ਤੇ ਪਹੁੰਚ ਜਾਂਦੇ ਹਨ। ਆਓ ਇਹਨਾਂ ਦੋਨਾਂ ਕਿਰਿਆਵਾਂ ਦੇ ਵਿੱਚ ਅੰਤਰ ਨੂੰ ਸਮਝੀਏ। ਪਹਿਲੀ ਕਿਰਿਆ ਵਿੱਚ ਅਸੀਂ ਕਾਗਜ਼ ਦੀ ਸ਼ੀਟ ਅਤੇ ਪੱਥਰ ਨੂੰ ਬਾਹਰ ਖੁੱਲ੍ਹੇ ਵਿੱਚ ਇੱਕ ਸਮਾਨ ਉਚਾਈ ਤੋਂ ਸਮਾਨ ਦਰ ਦੇ ਨਾਲ ਹੇਠਾਂ ਵੱਲ ਸੁੱਟਿਆ ਸੀ, ਜਿੱਥੇ ਕਿ ਹਵਾ ਦੇ ਰਗੜ ਵੱਲ ਕਾਰਨ ਕਾਗਜ਼ ਦੀ ਸ਼ੀਟ ਅਤੇ ਪੱਥਰ ਦੇ ਧਰਤੀ ਦੇ ਡਿੱਗਣ ਦੇ ਸਮੇਂ ਵਿੱਚ ਅੰਤਰ ਆਇਆ, ਕਿਉਂਕਿ ਕਾਗਜ਼ ਦੀ ਸ਼ੀਟ ਤੇ ਹਵਾ ਦਾ ਵਿਰੋਧ ਜ਼ਿਆਦਾ ਸੀ ਤੇ ਪੱਥਰ ਤੇ ਮੁਕਾਬਲਤਨ ਘੱਟ, ਜਿਸ ਕਾਰਨ ਪੱਥਰ ਧਰਤੀ ਤੇ ਪਹਿਲਾਂ ਪਹੁੰਚ ਗਿਆ। ਇਸੇ ਕਿਰਿਆ ਨੂੰ ਜਦੋਂ ਕੱਚ ਦੇ ਬੈਲ ਜਾਰ ਵਿੱਚ ਦੁਹਰਾਇਆ ਗਿਆ, ਜਿੱਥੇ ਕਿ ਹਵਾ ਨੂੰ ਪੂਰਨ ਤੌਰ ਤੇ ਬਾਹਰ ਕੱਢਿਆ ਗਿਆ ਸੀ, ਭਾਵ ਕੱਚ ਦੇ ਬੈਲ ਜਾਰ ਦੇ ਅੰਦਰ ਖਲਾਅ ਪੈਦਾ ਕੀਤਾ ਗਿਆ ਸੀ। ਖਲਾਅ ਦੇ ਵਿੱਚ ਕਾਗਜ਼ ਦੀ ਸ਼ੀਟ ਅਤੇ ਪੱਥਰ ਦੇ ਇੱਕੋ ਸਮੇਂ ਤੇ ਧਰਤੀ ਤੇ ਪਹੁੰਚਣ ਦਾ ਕਾਰਨ ਹਵਾ ਦੇ ਪ੍ਰਤੀਰੋਧ ਦਾ ਗੈਰ ਹਾਜ਼ਰ ਹੋਣਾ ਹੈ। ਹਵਾ ਦੇ ਪ੍ਰਤੀਰੋਧ ਨਾ ਹੋਣ ਕਾਰਨ ਕਾਗਜ਼ ਦੀ ਸ਼ੀਟ ਅਤੇ ਪੱਥਰ ਇੱਕੋ ਸਮੇਂ ਤੇ ਧਰਤੀ ਤੇ ਪਹੁੰਚ ਜਾਂਦੇ ਹਨ। ਸੋ ਉਪਰੋਕਤ ਕਿਰਿਆ ਤੋਂ ਇਹ ਸਿੱਟਾ ਨਿਕਲਦਾ ਹੈ ਕਿ ਸਾਰੀਆਂ ਹੀ ਵਸਤੂਆਂ, ਚਾਹੇ ਉਹ ਵੱਡੀਆਂ ਹਨ ਜਾਂ ਛੋਟੀਆਂ, ਖੋਖਲੀਆਂ ਹਨ ਜਾਂ ਠੋਸ, ਜੇਕਰ ਉਹਨਾਂ ਨੂੰ ਸਮਾਨ ਉਚਾਈ ਤੋਂ ਸਮਾਨ ਦਰ ਦੇ ਨਾਲ ਹੇਠਾਂ ਸੁੱਟਿਆ ਜਾਵੇ ਤਾਂ ਉਹ ਇੱਕੋ ਦਰ ਦੇ ਨਾਲ ਹੀ ਹੇਠਾਂ ਡਿੱਗਦੀਆਂ ਹਨ। ਇਸ ਦਾ ਕਾਰਨ ਹੈ ਕਿ ਵਸਤੂ ਵਿੱਚ ਹੇਠਾਂ ਵੱਲ ਡਿੱਗਣ ਸਮੇਂ ਪੈਦਾ ਹੋਇਆ ਪ੍ਰਵੇਗ ਉਸ ਦੇ ਪੁੰਜ ਤੇ ਨਿਰਭਰ ਨਹੀਂ ਕਰਦਾ। ਸੋ ਬੱਚਿਓ, ਅਸੀਂ ਇਹ ਯਾਦ ਰੱਖਣਾ ਆ ਕਿ ਵਸਤੂ ਜਿਸ ਮਰਜ਼ੀ ਪ੍ਰਕਾਰ ਦੀ ਹੋਵੇ, ਉਹ ਵੱਡੀ ਹੋਵੇ ਜਾਂ ਛੋਟੀ ਹੋਵੇ, ਖੋਖਲੀ ਹੋਵੇ ਜਾਂ ਠੋਸ ਹੋਵੇ, ਅਗਰ ਉਹਨਾਂ ਨੂੰ ਸਮਾਨ ਉਚਾਈ ਤੋਂ ਹੇਠਾਂ ਸੁੱਟਿਆ ਜਾਂਦਾ ਆ ਤਾਂ ਉਹ ਇੱਕੋ ਹੀ ਦਰ ਦੇ ਨਾਲ ਹੇਠਾਂ ਡਿੱਗਦੀਆਂ ਹਨ। ਤਾਂ ਇਸ ਦਾ ਕਾਰਨ ਇਹ ਹੈ ਕਿ ਸੁਤੰਤਰ ਡਿੱਗਣ ਸਮੇਂ ਜੋ ਵਸਤੂ ਦੇ ਵਿੱਚ ਪ੍ਰਵੇਗ ਪੈਦਾ ਹੁੰਦਾ ਹੈ, ਉਹ ਪ੍ਰਵੇਗ ਉਸਦੇ ਪੁੰਜ ਤੇ ਨਿਰਭਰ ਨਹੀਂ ਕਰਦਾ, ਭਾਵ ਵਸਤੂ ਵੱਡੀ ਹੋਵੇ ਜਾਂ ਛੋਟੀ, ਉਹ ਸਮਾਨ ਦਰ ਦੇ ਨਾਲ ਹੀ ਹੇਠਾਂ ਡਿੱਗੇਗੀ। ਬੱਚਿਓ, ਜਦੋਂ ਤੁਸੀਂ ਪਾਣੀ ਦੇ ਭਰੇ ਹੋਏ ਟੱਬ ਵਿੱਚੋਂ ਪਾਣੀ ਦੀ ਬਾਲਟੀ ਭਰ ਕੇ ਬਾਹਰ ਕੱਢਦੇ ਹੋ ਤਾਂ ਕੀ ਤੁਸੀਂ ਮਹਿਸੂਸ ਕੀਤਾ ਕਿ ਪਾਣੀ ਦੀ ਬਾਲਟੀ ਟੱਬ ਦੇ ਪਾਣੀ ਦੇ ਅੰਦਰ ਹਲਕੀ ਮਹਿਸੂਸ ਹੁੰਦੀ ਹੈ ਤੇ ਟੱਬ ਦੇ ਪਾਣੀ ਤੋਂ ਬਾਹਰ ਲਿਆਉਣ ਤੇ ਉਹ ਭਾਰੀ ਲੱਗਣ ਲੱਗਦੀ ਹੈ। ਗਰਮੀ ਦੇ ਮੌਸਮ ਵਿੱਚ ਜਦੋਂ ਤੁਸੀਂ ਕਿਸੇ ਤਲਾਬ ਵਿੱਚ ਨਹਾਉਂਦੇ ਹੋ ਤਾਂ ਉੱਥੇ ਵੀ ਪਾਣੀ ਅੰਦਰ ਆਪਣੇ ਆਪ ਨੂੰ ਹਲਕਾ ਮਹਿਸੂਸ ਕਰਦੇ ਹੋ। ਕਦੇ ਤੁਸੀਂ ਸੋਚਿਆ ਹੈ ਕਿ ਇਹਨਾਂ ਸਭ ਦੇ ਪਿੱਛੇ ਕੀ ਕਾਰਨ ਹਨ? ਤਾਂ ਇਹ ਸਭ ਕੁਝ ਪਾਣੀ ਦੇ ਉਛਾਲ ਬਲ ਦੇ ਕਾਰਨ ਹੁੰਦਾ ਹੈ। ਪਾਣੀ ਦੁਆਰਾ ਉੱਪਰ ਵੱਲ ਨੂੰ ਲਗਾਏ ਗਏ
ਉਛਾਲ ਵੱਲ ਨੂੰ ਸਮਝਣ ਲਈ ਆਓ ਇੱਕ ਕਿਰਿਆ ਕਰਦੇ ਹਾਂ। ਇਸ ਕਿਰਿਆ ਲਈ ਸਾਨੂੰ ਪਾਣੀ ਨਾਲ ਭਰਿਆ ਹੋਇਆ ਇੱਕ ਟੱਬ ਅਤੇ ਪਲਾਸਟਿਕ ਦੀ ਖਾਲੀ ਬੋਤਲ ਦੀ ਲੋੜ ਹੈ। ਪਲਾਸਟਿਕ ਦੀ ਖਾਲੀ ਬੋਤਲ ਦਾ ਮੂੰਹ ਢੱਕਣ ਦੇ ਨਾਲ ਚੰਗੀ ਤਰ੍ਹਾਂ ਬੰਦ ਕਰ ਦਿਓ। ਹੁਣ ਉਸ ਨੂੰ ਆਪਣੇ ਹੱਥ ਨਾਲ ਪਾਣੀ ਨਾਲ ਭਰੇ ਹੋਏ ਟੱਬ ਵਿੱਚ ਡੁਬੋ ਦਿਓ ਅਤੇ ਆਪਣਾ ਹੱਥ ਹਟਾ ਲਓ। ਕੀ ਪਲਾਸਟਿਕ ਦੀ ਖਾਲੀ ਬੋਤਲ ਪਾਣੀ ਵਿੱਚ ਡੁੱਬੀ ਰਹਿੰਦੀ ਹੈ? ਤਾਂ ਇਸ ਦਾ ਜਵਾਬ ਹੈ ਨਹੀਂ। ਬੋਤਲ ਪਾਣੀ ਦੇ ਉੱਪਰ ਤੈਰਨ ਲੱਗਦੀ ਹੈ। ਇਸ ਕਿਰਿਆ ਰਾਹੀਂ ਇਹ ਸਮਝ ਆਉਂਦੀ ਹੈ ਕਿ ਦਰਵ ਦੁਆਰਾ ਉੱਪਰ ਵੱਲ ਨੂੰ ਇੱਕ ਬਲ ਲਗਾਇਆ ਜਾਂਦਾ ਹੈ। ਦਰਵ ਦੁਆਰਾ ਉੱਪਰ ਵੱਲ ਨੂੰ ਲਗਾਏ ਜਾ ਰਹੇ ਬਲ ਨੂੰ ਉਛਾਲ ਬਲ ਕਿਹਾ ਜਾਂਦਾ ਹੈ। ਸਾਰੀਆਂ ਵਸਤੂਆਂ ਦਰਵ ਵਿੱਚ ਡੋਬੇ ਜਾਣ 'ਤੇ ਉਛਾਲ ਬਲ ਮਹਿਸੂਸ ਕਰਦੀਆਂ ਹਨ। ਉਛਾਲ ਬਲ ਦਾ ਮਾਨ ਦਰਵ ਦੀ ਘਣਤਾ 'ਤੇ ਨਿਰਭਰ ਕਰਦਾ ਹੈ। ਜਿਸ ਦਰਵ ਦੀ ਘਣਤਾ ਜਿੰਨੀ ਜ਼ਿਆਦਾ ਹੋਵੇਗੀ ਉਨਾ ਹੀ ਜ਼ਿਆਦਾ ਉੱਪਰ ਵੱਲ ਨੂੰ ਉਛਾਲ ਬਲ ਉਸ ਦਰਵ ਦੁਆਰਾ ਲਗਾਇਆ ਜਾਂਦਾ ਹੈ। ਬੱਚਿਓ, ਤੁਸੀਂ ਆਮ ਹੀ ਦੇਖਿਆ ਹੋਵੇਗਾ ਕਿ ਕੁਝ ਵਸਤੂਆਂ ਪਾਣੀ ਦੀ ਸਤ੍ਹਾ 'ਤੇ ਤੈਰਦੀਆਂ ਰਹਿੰਦੀਆਂ ਹਨ, ਜਦ ਕਿ ਕੁਝ ਵਸਤੂਆਂ ਪਾਣੀ ਦੇ ਵਿੱਚ ਡੁੱਬ ਜਾਂਦੀਆਂ ਹਨ। ਆਓ ਇੱਕ ਕਿਰਿਆ ਕਰਕੇ ਇਸ ਵਰਤਾਰੇ ਪਿਛਲੇ ਕਾਰਨ ਨੂੰ ਸਮਝੀਏ। ਇਸ ਕਿਰਿਆ ਨੂੰ ਕਰਨ ਦੇ ਲਈ ਜੋ ਸਮਾਨ ਲੋੜੀਂਦਾ ਹੈ ਉਹ ਇਸ ਪ੍ਰਕਾਰ ਹੈ। ਪਾਣੀ ਦਾ ਬੀਕਰ। ਇਸ ਕਿਰਿਆ ਵਿੱਚ ਸਾਨੂੰ ਇਹੋ ਜਿਹੇ ਪਾਣੀ ਦੇ 2 ਬੀਕਰਾਂ ਦੀ ਜ਼ਰੂਰਤ ਹੋਵੇਗੀ। ਲੱਕੜੀ ਦਾ ਕਾਰਕ ਅਤੇ ਲੋਹੇ ਦੀ ਕਿੱਲ। ਹੁਣ ਇਸ ਕਿਰਿਆ ਦੇ ਜ਼ਰੀਏ ਅਸੀਂ ਇਹ ਦੇਖਾਂਗੇ ਕਿ ਲੱਕੜੀ ਦੇ ਕਾਰਕ ਅਤੇ ਲੋਹੇ ਦੀ ਕਿੱਲ ਵਿੱਚੋਂ ਕਿਹੜੀ ਵਸਤੂ ਪਾਣੀ ਦੇ ਵਿੱਚ ਤੈਰਦੀ ਹੈ ਅਤੇ ਕਿਹੜੀ ਵਸਤੂ ਪਾਣੀ ਦੇ ਵਿੱਚ ਡੁੱਬ ਜਾਂਦੀ ਹੈ। ਆਓ ਕਿਰਿਆ ਨੂੰ ਕਰਦੇ ਹਾਂ। ਸਭ ਤੋਂ ਪਹਿਲਾਂ ਅਸੀਂ ਲੱਕੜੀ ਦੇ ਕਾਰਕ ਨੂੰ ਪਾਣੀ ਵਾਲੇ ਬੀਕਰ ਦੇ ਵਿੱਚ ਰੱਖਾਂਗੇ। ਅਸੀਂ ਕੀ ਦੇਖਦੇ ਹਾਂ ਕਿ ਲੱਕੜੀ ਦਾ ਕਾਰਕ ਪਾਣੀ ਦੀ ਸਤ੍ਹਾ ਦੇ ਉੱਪਰ ਤੈਰਨ ਲੱਗਦਾ ਹੈ। ਆਓ ਹੁਣ ਲੋਹੇ ਦੀ ਕਿੱਲ ਨੂੰ ਪਾਣੀ ਵਾਲੇ ਬੀਕਰ ਵਿੱਚ ਰੱਖੀਏ। ਤੁਸੀਂ ਕੀ ਦੇਖਦੇ ਹਾਂ ਕਿ ਲੋਹੇ ਦਾ ਕਿੱਲ ਪਾਣੀ ਦੇ ਵਿੱਚ ਡੁੱਬ ਜਾਂਦਾ ਹੈ। ਕੋਈ ਵਸਤੂ ਡੁੱਬਦੀ ਹੈ ਜਾਂ ਤੈਰਦੀ ਹੈ, ਇਸ ਦੇ ਕਾਰਨ ਨੂੰ ਸਮਝਣ ਤੋਂ ਪਹਿਲਾਂ ਆਓ 2 ਪ੍ਰਕਾਰ ਦੇ ਬਲ ਬਾਰੇ ਜਾਣੀਏ। ਇੱਕ ਹੈ ਵਸਤੂ ਦਾ ਭਾਰ ਅਤੇ ਦੂਜਾ ਹੈ ਦਰਵ ਦੁਆਰਾ ਲਗਾਇਆ ਗਿਆ ਉਛਾਲ ਬਲ। ਤਾਂ ਬੱਚਿਓ, ਇੱਥੇ ਅਸੀਂ ਯਾਦ ਰੱਖਣਾ ਹੈ ਕਿ ਵਸਤੂ ਦਾ ਭਾਰ ਹਮੇਸ਼ਾ ਹੀ ਹੇਠਾਂ ਵੱਲ ਨੂੰ ਲੱਗਦਾ ਹੈ, ਜਦ ਕਿ ਦਰਵ ਦੁਆਰਾ ਲਗਾਇਆ ਗਿਆ ਉਛਾਲ ਬਲ ਹਮੇਸ਼ਾ ਹੀ ਉੱਪਰ ਵੱਲ ਨੂੰ ਲੱਗਦਾ ਹੈ। ਸੋ ਅਸੀਂ ਕਹਿ ਸਕਦੇ ਹਾਂ ਕਿ ਵਸਤੂ ਦਾ ਭਾਰ ਅਤੇ ਦਰਵ ਦੁਆਰਾ ਲਗਾਇਆ ਗਿਆ ਉਛਾਲ ਬਲ ਦੋਵੇਂ ਤਰ੍ਹਾਂ ਦੇ ਬਲ ਇੱਕ ਦੂਜੇ ਦੇ ਉਲਟ ਦਿਸ਼ਾ ਵਿੱਚ ਕਿਰਿਆ ਕਰਦੇ ਹਨ। ਸੋ ਇਸ ਆਧਾਰ 'ਤੇ ਆਓ ਕਾਰਨ ਨੂੰ ਜਾਣੀਏ। ਅਸੀਂ ਦੇਖਦੇ ਹਾਂ ਕਿ ਲੱਕੜੀ ਦੇ ਕਾਰਕ ਦਾ ਟੁਕੜਾ ਪਾਣੀ ਦੀ ਸਤ੍ਹਾ 'ਤੇ ਤੈਰਨ ਲੱਗ ਪੈਂਦਾ ਹੈ, ਜਦ ਕਿ ਲੋਹੇ ਦੀ ਕਿੱਲ ਡੁੱਬ ਜਾਂਦੀ ਹੈ। ਤਾਂ ਇਸ ਦਾ ਕਾਰਨ ਹੈ ਕਿ ਦੋਨਾਂ ਦੀ ਘਣਤਾ ਵੱਖਰੀ ਵੱਖਰੀ ਹੈ। ਲੱਕੜੀ ਦੇ ਕਾਰਕ ਦੀ ਘਣਤਾ ਪਾਣੀ ਦੀ ਘਣਤਾ ਨਾਲੋਂ ਘੱਟ ਹੈ। ਇਸ ਦਾ ਅਰਥ ਹੈ ਕਿ ਲੱਕੜੀ ਦੇ ਕਾਰਕ ਦੇ ਉੱਪਰ ਵੱਲ ਲੱਗਿਆ ਹੋਇਆ ਧਕੇਲ ਬਲ, ਜਿਸ ਨੂੰ ਅਸੀਂ ਉਛਾਲ ਬਲ ਵੀ ਕਹਿੰਦੇ ਹਾਂ, ਕਾਰਕ ਦੇ ਭਾਰ ਤੋਂ ਵੱਧ ਹੈ, ਜਿਸ ਕਾਰਨ ਕਾਰਕ ਪਾਣੀ ਦੀ ਸਤ੍ਹਾ 'ਤੇ ਤੈਰਦਾ ਰਹਿੰਦਾ ਹੈ। ਦੂਜੇ ਪਾਸੇ ਲੋਹੇ ਦੀ ਕਿੱਲ ਦੀ ਘਣਤਾ ਪਾਣੀ ਦੀ ਘਣਤਾ ਤੋਂ ਵੱਧ ਹੈ। ਇਸ ਦਾ ਕੀ ਅਰਥ ਹੈ ਕਿ ਲੋਹੇ ਦੀ ਕਿੱਲ 'ਤੇ ਪਾਣੀ ਦੁਆਰਾ ਲੱਗਿਆ ਉੱਪਰ ਵੱਲ ਨੂੰ ਧਕੇਲ ਬਲ, ਜਿਸ ਨੂੰ ਅਸੀਂ ਉਛਾਲ ਬਲ ਕਹਿੰਦੇ ਹਾਂ, ਕਿੱਲ ਦੇ ਭਾਰ ਤੋਂ ਘੱਟ ਹੈ।
जिस कारण किल पानी विच डुੱਬ जाती है। सो इत्थे याद रखण योग गल ये है कि जदों वस्तु का भार उछाल वल तो घट जाता है तो वस्तु तैरन लगती है, तो जदों वस्तु का भार उछाल वल तो वध जाता है तो वस्तु डुੱਬ जाती है। असीं आर्किमिडीज के सिद्धांत नूं किरिया के जरिए जाणांगे। आओ पहला इस प्रति अपनी समझ बनाइए। जदों किसी वस्तु नूं पूरी तरह जां अंशक तौर पर किसी द्रव विच डुबोया जाता है तो उस द्वारा उपर वल महसूस किया बल वस्तु द्वारा विस्थापित द्रव के भार के बराबर होता है। इसका भाव है कि द्रव द्वारा जो उपर वल नूं उछाल वल लगाया जाता है वो वस्तु द्वारा विस्थापित द्रव के भार के बराबर होता है। आर्किमिडीज के सिद्धांत नूं समझण लई सानूं जिस समान की जरूरत है वो इस प्रकार है। कमानीदार तुला। बच्चों जिमें तुसीं स्क्रीन ते देख रहे हो, कमानीदार तुला कई प्रकार दियां सानूं उपलब्ध हो सकदियां हन। यूरेका वैसल, एक वस्तु अते एक छोटा बीकर। आर्किमिडीज के सिद्धांत नूं किरिया जरिए समझण लई सब तो पहला कमानीदार तुला की मदद नाल वस्तु का भार हवा विच मापिया जाता है। इस दे लई वस्तु नूं कमानीदार तुला नाल हवा विच लटकाया जाता है, जिमें कि तुसीं स्क्रीन ते देख रहे हो। वस्तु का हवा विच भार 40 ग्राम है। हुण वस्तु का भार पानी विच पता करन लई यूरेका वैसल नूं उपर तक पानी नाल भरो जदों तक इस विचों पानी बाहर ना डिगण लगे। हुण इस नूं कुछ समय लई स्थिर होण दिओ। हुण वस्तु जिस नूं कमानीदार तुला नाल लटकाया होया है उस नूं पानी विच डुबो दिओ। वस्तु नूं जदों असीं पानी विच डुबो दिंदे हां तो वस्तु द्वारा विस्थापित किया गया पानी बाहर निकल जाता है, जिसनूं असीं छोटे बीकर विच इकट्ठा कर लेना है। हुण वस्तु का पानी विच भार कमानीदार तुला तो नोट करो। जिमें कि तुसीं स्क्रीन ते देख रहे हो, वस्तु का पानी विच भार 20 ग्राम है। सो असीं देखते हाँ कि वस्तु का हवा विच भार 40 ग्राम है, तो जदों उसनूं पानी विच डुबोया जाता है तो ये भार 20 ग्राम आउंदा है। इसलिए वस्तु के भार विच आई कमी 20 ग्राम है। हुण इत्थे प्रश्न बनता है कि पानी विच डुबोण ते वस्तु के भार विच कमी क्यों आई। तो साडा उत्तर होवेगा पानी के उछाल वल कारण, जिहड़ा कि हमेशा ही उपर वल नूं लगदा है। वस्तु नूं पानी विच डुबोण उपरंत उस द्वारा विस्थापित किए गए पानी का भार असीं छोटे बीकर विच इकट्ठा कीता सी। हुण असीं उस पानी का भार मापना है। जिमें कि तुसीं स्क्रीन ते देख रहे हो, बीकर अते उस दे विच मौजूद पानी का भार 30 ग्राम नज़र आ रहा है। किरिया करन उपरंत सानूं वख-वख प्रकार के माप प्राप्त होए हैं। बीकर समेत पानी का भार 30 ग्राम वेट, खाली बीकर का भार 10 ग्राम वेट। वस्तु द्वारा विस्थापित किए गए पानी के भार का मुल प्राप्त करने लई असीं बीकर समेत पानी के भार विचों खाली बीकर का भार घटावांगे। इसलिए 30 घटाओ 10 बराबर 20 ग्राम वेट। सो वस्तु द्वारा विस्थापित किया गया द्रव का भार
ਦਾ ਮੁੱਲ ਹੈ 20 ਗ੍ਰਾਮ weight। ਦੂਜੇ ਪਾਸੇ ਵਸਤੂ ਦੇ ਭਾਰ ਵਿੱਚ ਆਈ ਕਮੀ, ਉਸ ਦਾ ਮੁੱਲ ਵੀ 20 ਗ੍ਰਾਮ weight ਆਇਆ ਹੈ। ਸੋ ਅਸੀਂ ਦੇਖਿਆ ਕਿ ਦਰਵ ਵਿੱਚ ਡੁੱਬੀ ਹੋਈ ਵਸਤੂ ਦੇ ਭਾਰ ਵਿੱਚ ਆਈ ਕਮੀ ਭਾਵ ਉਸ ਉੱਪਰ ਲੱਗ ਰਿਹਾ ਉਛਾਲ ਬਲ ਉਸ ਵਸਤੂ ਦੁਆਰਾ ਵਿਸਥਾਪਿਤ ਪਾਣੀ ਦੇ ਭਾਰ ਦੇ ਬਰਾਬਰ ਹੁੰਦਾ ਹੈ। ਇਸ ਤਰ੍ਹਾਂ ਅਸੀਂ ਕਿਰਿਆ ਜ਼ਰੀਏ ਆਰਕੀਮੀਡੀਜ਼ ਦੇ ਸਿਧਾਂਤ ਨੂੰ ਸਿੱਧ ਕੀਤਾ ਹੈ।